ਅਸੀਂ ਸਦਾ ਹੀ ਇੱਕ ਕਹਾਵਤ ਸੁਣੀ ਆ, ਕਹਿੰਦੇ ਨੇ ਨਾਚ ਨਾ ਜਾਣੇ ਆਂਗਣ ਟੇਢਾ। ਇਹ ਕਹਾਵਤ ਬੜੀ ਹੀ ਸੋਹਣੀ ਤੇ ਬੜੀ ਹੀ ਸੱਚੀ ਤੇ ਸੁੱਚੀ ਆ। ਇਸ ਕਹਾਵਤ ਨੂੰ ਮੈਂ ਵੀ ਬੜੀ ਹੀ ਥਾਵਾਂ 'ਤੇ ਯੂਜ਼ ਕੀਤਾ ਵਾ, ਪਰ ਇਹ ਕਹਾਵਤ ਅੱਜ ਮੈਂ ਆਪਣੇ ਉਲਟ ਲੈ ਕੇ ਜਾ ਰਹੀ ਹਾਂ। ਨਾਚ ਨਾ ਜਾਣੇ ਕਹਿੰਦੇ ਆਂਗਣ ਟੇਢਾ। ਮੈਂ ਕਹਿੰਦੀ ਹਾਂ ਨਾਚ ਨਾ ਆਵੇ, ਕੁਝ ਵੀ ਨਾ ਆਵੇ, ਨੱਚਣਾ ਤਾਂ ਹੈਗਾ ਹੀ ਆ। ਕੋਈ ਆਂਗਣ ਨਹੀਂ ਟੇਢਾ, ਕੋਈ ਨਾਚ ਨਹੀਂ ਹੁੰਦਾ। ਮਤਲਬ ਕਿ ਮੈਨੂੰ ਬੋਲਣਾ ਆਵੇ ਚਾਹੇ ਨਾ ਆਵੇ, ਪਰ ਮੈਂ ਬੋਲਣਾ ਹੀ ਆ। ਕਿਸੇ ਅਜਿਹੇ ਟੌਪਿਕ 'ਤੇ, ਕਿਸੇ ਅਜਿਹੀ ਚੀਜ਼ ਦੇ ਉੱਤੇ ਜਿੱਥੇ ਫਿਰ ਮੈਨੂੰ ਵੀ ਕਹਿੰਦੇ ਨਹੀਂ ਹੁੰਦੇ, ਦੇਖ ਕਿਵੇਂ ਭੱਜੀ ਫਿਰਦੀ ਆ, ਕਿਵੇਂ ਅੱਗ ਲੱਗੀ ਹੋਈ ਆ, ਜਿਵੇਂ ਸੱਤੀ ਕੱਪੜੀ ਅੱਗ ਲੱਗੀ ਹੁੰਦੀ ਆ। ਉਹੀ ਹਾਲ ਕੁਝ ਮੇਰਾ ਹੋ ਜਾਂਦਾ ਵਾ। ਜਿਸ ਤਰ੍ਹਾਂ ਕਿ ਹਜਮ ਨਹੀਂ ਹੁੰਦੀ ਗੱਲ। ਕਿਹੜੀ ਗੱਲ ਹਜਮ ਨਹੀਂ ਹੁੰਦੀ? ਜਦੋਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਐਕਸ਼ਨ ਦੇ ਨਾਲ, ਕਿਸੇ ਵੀ ਸੋਚ ਦੇ ਨਾਲ, ਕਿਸੇ ਵੀ ਤਰੀਕੇ ਨੂੰ ਅਪਣਾ ਕੇ ਅਸੀਂ ਕਿਸੇ ਦਾ ਵੀ ਸ਼ੋਸ਼ਣ ਕਰਦੇ ਹਾਂ, ਕਿਸੇ ਦਾ ਵੀ ਫਾਇਦਾ ਲੈਂਦੇ ਹਾਂ, ਕਿਸੇ ਦਾ ਵੀ ਨੁਕਸਾਨ ਕਰਦੇ ਹਾਂ, ਕਿਸੇ ਦੀ ਜ਼ਿੰਦਗੀ ਨੂੰ ਅਲੱਗ ਟਰੈਕ 'ਤੇ ਲੈ ਕੇ ਜਾਂਦੇ ਹਾਂ, ਉਸ ਬੰਦੇ ਨੂੰ ਕਨਫਿਊਜ਼ਡ ਕਰਦੇ ਹਾਂ, ਉਸ ਦੇ ਵਿੱਚ 605 ਪਾਉਂਦੇ ਹਾਂ। ਉਸ ਦੇ ਕੋਲੋਂ ਜੋ ਵੀ ਉਸ ਦੇ ਕੋਲ ਪਾਵਰ ਹੈਗੀ, ਜਿਤਨੀ ਕੁ ਹੈਗੀ ਆ, ਜਿੰਨਾ ਵੀ ਉਹ ਸੋਚ ਸਕਦਾ, ਉਹਦੇ ਮਨ ਦੇ ਲੈਵਲ ਤੋਂ, ਉਹਨੂੰ ਬੁੱਧੀ ਦੇ ਲੈਵਲ ਤੋਂ, ਉਹਨੂੰ ਜਿਸਮ ਦੇ ਲੈਵਲ ਤੋਂ ਅਸੀਂ ਅਪੰਗ ਬਣਾਉਣ ਦੇ ਲਈ ਕਦੇ ਵੀ ਪਿੱਛੇ ਹਟਦੇ ਹੀ ਨਹੀਂ। ਇਨਸਾਨ ਅਗਰ ਇਸ ਦੇ ਵਿੱਚ ਖੂਬੀ ਆ ਕਿ ਇਹ ਪੱਥਰ ਨੂੰ ਵੀ ਪਿਆਰ ਕਰ ਸਕਦਾ, ਇਸ ਦੇ ਵਿੱਚ ਇਹ ਬਦਮਾਸ਼ੀ ਆ ਕਿ ਇਹ ਕਿਸੇ ਨੂੰ ਜੀਣ ਵੀ ਨਹੀਂ ਦਿੰਦਾ। ਇਸ ਨੂੰ ਥੋੜ੍ਹਾ ਜਿਹਾ ਕੋਈ ਹੱਥ ਕੀ ਫੜਾ ਦੇਵੇ, ਇਹ ਗਲੇ ਨੂੰ ਕੱਸ ਲੈਂਦਾ ਵਾ। ਇਨਸਾਨ ਜੇ ਇਸ ਦੀ ਯੋਗਤਾ ਵਾ ਕਿ ਇਹ ਪੱਥਰਾਂ ਨੂੰ ਵੀ ਪਾੜ ਕੇ ਪਰਮਾਤਮਾ ਨੂੰ ਪ੍ਰਗਟ ਕਰ ਲੈਂਦਾ, ਇਸ ਦੀ ਯੋਗਤਾ ਵਾ ਇਹ ਰੂਹਾਂ ਨੂੰ ਪਾੜ ਕੇ ਵੀ ਉਹਨਾਂ ਦੀ ਜ਼ਿੰਦਗੀ ਵੀ ਖੋਹ ਲੈਂਦਾ ਵਾ। ਅਜਿਹੀ ਅੱਜ ਕੱਲ੍ਹ ਦੀ ਇੱਕ ਵਾਰਦਾਤ ਚੱਲ ਰਹੀ ਆ, ਗੈਰ ਕੁਦਰਤੀ ਮੌਤ। ਗੈਰ ਕੁਦਰਤੀ ਮੌਤ ਅਸੀਂ ਕਿਸ ਨੂੰ ਕਹਿੰਦੇ ਹਾਂ? ਅਗਰ ਕਿਸੇ ਨੇ ਆਤਮ ਹੱਤਿਆ ਕਰ ਲਈ, ਉਹ ਗੈਰ ਕੁਦਰਤੀ ਆ। ਅਗਰ ਕਿਸੇ ਦਾ ਕਤਲ ਹੋ ਗਿਆ, ਉਹ ਗੈਰ ਕੁਦਰਤੀ ਆ। ਫਿਰ ਅਜਿਹੀ ਰੂਹ ਮਰਨ ਤੋਂ ਬਾਅਦ ਵੀ ਕੋਈ ਠਿਕਾਣਾ ਨਹੀਂ ਮਿਲਦਾ। ਅਰੇ ਵਾਹ, ਇੱਥੇ ਤਾਂ ਅਸੀਂ ਕਿਸੇ ਨੂੰ ਜੀਣ ਨਹੀਂ ਦਿੰਦੇ, ਕੋਈ ਕਮਜ਼ੋਰ ਆ, ਇੱਥੇ ਤਾਂ ਅਸੀਂ ਉਸ ਇਨਸਾਨ ਨੂੰ ਛੱਡਦੇ ਨਹੀਂ ਗੇ ਜਿਸ ਦੀ ਕਮਜ਼ੋਰੀ ਸਾਡੇ ਹੱਥ 'ਚ ਆ ਜਾਵੇ, ਚਾਹੇ ਉਹ ਸਾਡਾ ਘਰ ਦਾ ਵਾ, ਚਾਹੇ ਕੋਈ ਬਾਹਰਲਾ ਵਾ। ਜੇ ਕੋਈ ਤਕੜਾ ਵਾ ਸੋਚ ਦੇ ਲਿਹਾਜ਼ ਤੋਂ, ਜਿਸਮ ਦੇ ਲਿਹਾਜ਼ ਤੋਂ, ਬੁੱਧੀ ਦੀ ਲਿਹਾਜ਼ ਤੋਂ, ਆਤਮਿਕ ਲੈਵਲ 'ਤੇ ਅਗਰ ਕੋਈ ਤਕੜਾ, ਉਸ ਨੇ ਗਰੀਬ ਦਾ ਸ਼ੋਸ਼ਣ ਕਰਨਾ ਹੀ ਕਰਨਾ ਵਾ। ਅਸੀਂ ਤਾਂ ਮਰਦਿਆਂ ਤੋਂ ਬਾਅਦ ਨਹੀਂ ਕਰਨੇ, ਅਸੀਂ ਤਾਂ ਮਰਦੇ ਇਨਸਾਨ ਤੋਂ ਵੀ ਲਹੂ ਚੂਸਣ ਵਾਲੇ ਹਾਂ। ਅਸੀਂ ਕਿੰਝ ਸੋਚ ਲਾਂਗੇ? ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਇਹਨਾਂ ਨੂੰ ਕਿਹੜੇ ਆ ਕੇ ਪਰਮਾਤਮਾ ਦੱਸ ਕੇ ਜਾਂਦਾ ਕਿ ਆਤਮ ਹੱਤਿਆ ਗੈਰ ਕਾਨੂੰਨੀ ਆ। ਜਦੋਂ ਕਿਸੇ ਦਾ ਕਤਲ ਹੋ ਜਾਂਦਾ ਵਾ, ਗੈਰ ਕੁਦਰਤੀ ਆ, ਕਾਨੂੰਨੀ ਨਹੀਂ। ਗੈਰ ਕਾਨੂੰਨੀ ਵੀ ਕਹਿ ਸਕਦੇ ਹਾਂ। ਕਾਨੂੰਨ, ਰੱਬ ਦੇ ਕਾਨੂੰਨ ਤੋਂ ਵੱਡਾ ਤਾਂ ਕਿਸੇ ਦਾ ਕਾਨੂੰਨ ਵੀ ਨਹੀਂ ਹੁੰਦਾ। ਆਤਮ ਹੱਤਿਆ ਗੈਰ ਕੁਦਰਤੀ ਆ। ਇੱਕ ਸਵਾਲ ਆ, ਮੈਂ ਇੱਕ ਜ਼ਿੰਦਗੀ ਦੀ ਇੱਕ ਅਜਿਹੀ ਗੁਫਾ ਦੇ ਵਿੱਚ ਫਸ ਗਈ। ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦਊਂਗੀ, ਸਵਾਲ ਕਰੂੰਗੀ। ਸਵਾਲਾਂ ਨੂੰ ਤੁਸੀਂ ਸੁਣ ਕੇ ਆਪਣੇ ਆਪ ਨੂੰ ਜਵਾਬ ਦੇ ਲੈਣੇ। ਮੈਂ ਜ਼ਿੰਦਗੀ ਦੀ ਇੱਕ ਅਜਿਹੀ ਗੁਫਾ ਦੇ ਵਿੱਚ ਫਸ ਗਈ। ਮੈਂ ਲੱਭਣ ਗਈ ਸੀ ਹੀਰੇ। ਹੀਰੇ ਲੱਭਦੀ ਲੱਭਦੀ ਮੈਂ ਗੁਫਾ ਦੀ ਅੰਦਰ ਤੀਕਰ ਚਲੀ ਗਈ। ਅੱਗੇ ਕੋਈ ਰਾਹ ਨਹੀਂ। ਮੈਨੂੰ ਹੀਰਿਆਂ ਦੇ ਲਾਲਚ ਨੇ ਅੱਗੇ ਲੈ ਕੇ ਲੈ ਆਂਦਾ। ਅੱਗੇ ਕੋਈ ਰਾਹ ਨਹੀਂ ਗਾ। ਮੈਂ ਕੀ ਦੇਖਦੀ ਹਾਂ, ਜਦੋਂ ਮੈਂ ਪਿੱਛੇ ਮੁੜਨ ਲੱਗਦੀ ਹਾਂ, ਪਿੱਛੇ ਵੀ ਪੱਥਰ ਡਿੱਗ ਪੈਂਦੇ ਨੇ, ਪਿਛਲਾ ਵੀ ਰਾਹ ਬੰਦ ਹੋ ਗਿਆ। ਮੈਂ ਹੁਣ ਗੁਫਾ ਦੇ ਵਿੱਚ ਫਸੀ ਹੋਈ ਹਾਂ। ਮੈਨੂੰ ਪਤਾ ਕਿ ਜਾਂ ਤਾਂ ਹੁਣ ਇੱਥੇ ਮੇਰਾ ਰੱਬ ਰਾਖਾ, ਜਾਂ ਮੈਨੂੰ ਕਿਤੋਂ ਕੋਈ ਰੋਸ਼ਨੀ, ਕੋਈ ਚੀਜ਼ ਦਿਖੇ ਕਿ ਮੈਂ ਉੱਥੇ ਮਿਹਨਤ ਕਰਾਂ, ਕਿ ਮੈਂ ਆਪਣਾ ਰਸਤਾ ਬਣਾਵਾਂ ਅਤੇ ਮੈਂ ਜ਼ਿੰਦਗੀ ਦੇ ਵਿੱਚ ਵਾਪਸ ਆਵਾਂ।
ਪਰ ਮੈਨੂੰ ਕੋਈ ਰਾਹ ਵੀ ਨਹੀਂ ਦਿਖਦੀ, ਨਾ ਪਿੱਛੇ ਜਾਣ ਵਾਲੀ ਕੋਈ ਰਾਹ ਵਾ, ਨਾ ਅੱਗੇ ਜਾਣ ਵਾਲੀ ਰਾਹ ਵਾ। ਹੁਣ ਮੈਨੂੰ ਦਿਖ ਗਿਆ ਕਿ ਮੇਰੀ ਮੌਤ ਹੋਣੀ ਜ਼ਰੂਰੀ ਆ। ਹੁਣ ਮੈਨੂੰ ਦੱਸੋ, ਮੈਂ ਉੱਥੇ ਤੜਫ ਕੇ ਮਰਾਂ ਜਾਂ ਮੈਂ ਉਸ ਤੜਫਣਾ ਤੋਂ ਬਚਣ ਲਈ ਆਪਣੇ ਆਪ ਨੂੰ ਮਾਰ ਲਵਾਂ? ਇਹਨਾਂ ਦੋਹਾਂ ਰਾਹਾਂ ਦੇ ਵਿੱਚੋਂ ਤੁਸੀਂ ਕਿਸ ਨੂੰ ਗੈਰ ਕੁਦਰਤੀ ਰਾਹ ਕਹੋਗੇ ਅਤੇ ਕਿਸ ਨੂੰ ਤੁਸੀਂ ਕਹੋਗੇ ਕੁਦਰਤੀ ਰਾਹ ਵਾ? ਮੈਂ ਜ਼ਿੰਦਗੀ ਦੇ ਉਸ ਪੁਆਇੰਟ 'ਤੇ ਖੜੀ ਹਾਂ ਕਿ ਮੇਰਾ ਮਰਨਾ ਲਾਜ਼ਮੀ ਆ। ਹੁਣ ਇਸ ਦਾ ਫੈਸਲਾ ਤੁਸੀਂ ਕਰਨਾ। ਜਿੰਨਾ ਮੈਂ ਜ਼ਿੰਦਗੀ ਨੂੰ ਸਮਝੀ ਹਾਂ, ਜਾਂ ਜਿੰਨੀ ਕੁ ਮੈਨੂੰ ਜ਼ਿੰਦਗੀ ਨੇ ਅਕਲ ਦਿੱਤੀ ਆ, ਜਾਂ ਕਹਾਂ ਕਿ ਮੈਨੂੰ ਆਲੇ ਦੁਆਲੇ ਤੋਂ ਦੇਖ ਕੇ ਅਕਲ ਆਈ ਆ, ਅਸੀਂ ਸਭ 90% ਜ਼ਿੰਦਗੀ ਨੂੰ ਗੈਰ ਕੁਦਰਤੀ ਹੀ ਜੀਂਦੇ ਹਾਂ। ਆਤਮ ਹੱਤਿਆ ਗੈਰ ਕੁਦਰਤੀ ਹੋ ਹੀ ਨਹੀਂ ਸਕਦੀ ਜੇ ਸਾਨੂੰ ਜ਼ਿੰਦਗੀ ਹੀ ਉਸ ਪੁਆਇੰਟ 'ਤੇ ਲੈ ਕੇ ਗਈ ਆ। ਆਤਮ ਹੱਤਿਆ ਗੈਰ ਕੁਦਰਤੀ ਕਿਵੇਂ ਆ? ਜੇ ਮੈਂ ਇੱਕ ਅਜਿਹੇ ਪੁਆਇੰਟ 'ਤੇ ਖੜੀ ਹੋ ਗਈ ਕਿ ਮੌਤ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ, ਫਿਰ ਇਹ ਆਤਮ ਹੱਤਿਆ ਕਿੰਜ ਗੈਰ ਕੁਦਰਤੀ ਹੋ ਗਈ? ਜ਼ਿੰਦਗੀ ਦੇ ਵਿੱਚ ਜਿੱਥੇ ਤੱਕ ਸਾਡੇ ਕੋਲੇ ਚੁਆਇਸ ਆ, ਸਾਨੂੰ ਚੁਆਇਸ ਕਰਨ ਦਾ ਹੱਕ ਮਿਲਦਾ ਵਾ। ਅਸੀਂ ਪੂਰਬ ਨੂੰ ਜਾਈਏ ਜਾਂ ਪੱਛਮ ਨੂੰ ਜਾਈਏ, ਅਸੀਂ ਆਹ ਖਾਈਏ ਜਾਂ ਅਸੀਂ ਆਹ ਨਾ ਖਾਈਏ, ਅਸੀਂ ਬੋਲੀਏ ਜਾਂ ਚੁੱਪ ਰਹੀਏ, ਅਸੀਂ ਜਾਗੀਏ ਜਾਂ ਅਸੀਂ ਸੌਂ ਜਾਈਏ, ਜਿੱਥੇ ਵੀ ਕੁਛ ਵੀ ਕਰਨ ਨੂੰ ਸਾਡੇ ਕੋਲੇ ਚੁਆਇਸ ਹੋਵੇ ਕਿ ਅਸੀਂ ਆਹ ਕਰੀਏ ਜਾਂ ਆਹ ਕਰੀਏ, ਉੱਥੇ ਤੱਕ ਅਸੀਂ ਕੁਦਰਤੀ ਹਾਂ। ਜੇ ਉੱਥੇ ਅਸੀਂ ਅਜਿਹਾ ਐਕਸ਼ਨ ਕਰਦੇ ਹਾਂ ਜਿਸ ਦੇ ਵਿੱਚ ਸਾਡਾ ਕਾਮ, ਕ੍ਰੋਧ, ਮੋਹ, ਲੋਭ ਤੇ ਹੰਕਾਰ, ਮਤਲਬ ਕਿ ਸਾਡੇ ਜੋ ਅਵਗੁਣ ਨੇ ਉਹਨਾਂ ਦਾ ਸਾਥ ਮਿਲਦਾ, ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਦਾ ਐਕਸ਼ਨ ਲੈਂਦੇ ਹਾਂ, ਤਦ ਉਹ ਜੋ ਸਾਡਾ ਐਕਸ਼ਨ ਹੋਊਗਾ ਉਹ ਗੈਰ ਕੁਦਰਤੀ ਹੋਊਗਾ। ਪਰ ਅਸੀਂ ਜ਼ਿੰਦਗੀ ਦੇ ਉਸ ਪੁਆਇੰਟ ਦੇ ਉੱਤੇ ਖੜੇ ਹਾਂ ਕਿ ਸਾਡੇ ਕੋਲੇ ਕੋਈ ਚੁਆਇਸ ਨਹੀਂ ਗੀ, ਚਾਹੇ ਫਿਰ ਉਹ ਆਤਮ ਹੱਤਿਆ ਹੀ ਕਿਉਂ ਨਾ ਹੋਵੇ, ਚਾਹੇ ਫਿਰ ਉਹ ਕਿਸੇ ਦਾ ਕਤਲ ਕਰਨਾ ਹੀ ਕਿਉਂ ਨਾ ਹੋਵੇ, ਉਹ ਗੈਰ ਕੁਦਰਤੀ ਨਹੀਂ ਹੈ, ਉਹ ਕੁਦਰਤੀ ਹੀ ਹੈ। ਕਿਉਂਕਿ ਉੱਥੇ ਸਾਡੇ ਕੋਲੇ ਕੋਈ ਚੁਆਇਸ ਨਹੀਂ। ਜਿੱਥੇ ਤੱਕ ਸਾਨੂੰ ਜ਼ਿੰਦਗੀ ਚੁਆਇਸ ਦਿੰਦੀ ਆ, ਅਸੀਂ ਇੱਧਰ ਨੂੰ ਵੀ ਜਾ ਸਕਦੇ ਹਾਂ, ਇੱਧਰ ਨੂੰ ਵੀ ਜਾ ਸਕਦੇ ਹਾਂ, ਅਸੀਂ ਇਹ ਵੀ ਕਰ ਸਕਦੇ ਹਾਂ, ਉਹ ਵੀ ਕਰ ਸਕਦੇ ਹਾਂ। ਉੱਥੇ ਤੱਕ ਜੇ ਅਸੀਂ ਗਲਤ ਐਕਸ਼ਨ ਲੈਂਦੇ ਹਾਂ, ਅਸੀਂ ਗੈਰ ਕੁਦਰਤੀ ਹੁੰਦੇ ਹਾਂ। ਪਰ ਜਿੱਥੇ ਸਾਡੇ ਕੋਲੇ ਕੋਈ ਅੱਗੇ ਵਧਣ ਦੇ ਲਈ ਕਦਮ ਨਹੀਂ, ਸਾਡੇ ਅੱਗੇ ਵਧਣ ਦਾ ਕਦਮ ਆ ਜੋ, ਚਾਹੇ ਉਹ ਕਿਤਨਾ ਵੀ ਨੈਗੇਟਿਵ ਹੋਵੇ, ਚਾਹੇ ਉਹ ਕਿਤਨਾ ਵੀ ਪੋਜ਼ਿਟਿਵ ਹੋਵੇ, ਉਹ ਕੁਦਰਤੀ ਹੀ ਹੁੰਦਾ ਵਾ, ਉਹ ਗੈਰ ਕੁਦਰਤੀ ਹੋ ਹੀ ਨਹੀਂ ਸਕਦਾ। ਇੱਕ ਇਨਸਾਨ ਦੂਸਰੇ ਇਨਸਾਨ ਦਾ ਕਤਲ ਕਰਦਾ, ਅਸੀਂ ਕਹਾਂਗੇ ਜਿਸ ਨੇ ਕਤਲ ਕੀਤਾ ਉਹ ਕਸੂਰਵਾਰ ਸੀ। ਜਿਸ ਦਾ ਕਤਲ ਹੋਇਆ ਉਹ ਵੀ ਕਸੂਰਵਾਰ ਸੀ। ਦੋਨਾਂ ਦਾ ਕਸੂਰ ਬਰਾਬਰ ਦਾ, ਕਤਲ ਕਰਨ ਵਾਲਾ ਵੀ, ਕਤਲ ਹੋਣ ਵਾਲਾ ਵੀ। ਉਸ ਨੂੰ ਉਸ ਦਾ ਕਤਲ ਕਰਨਾ ਕਿਉਂ ਪਿਆ? ਉਸ ਦੀ ਜ਼ਿੰਦਗੀ 'ਚ ਬਹੁਤ ਰਾਹ ਆਏ ਹੋਣਗੇ, ਬਹੁਤ ਮੌਕੇ ਆਏ ਹੋਣਗੇ, ਬਹੁਤ ਉਸ ਨੂੰ ਚੁਆਇਸਿਸ ਮਿਲੀ ਹੋਊਗੀ ਕਿ ਉਹ ਦੂਸਰੇ ਇਨਸਾਨ ਨੂੰ ਗੁੱਸਾ ਨਾ ਦਿਵਾਵੇ। ਉਹ ਕਰਮ ਬਾਰ-ਬਾਰ ਕਰਦਾ ਗਿਆ, ਕਰਮ ਬਾਰ-ਬਾਰ ਕਰਦਾ ਰਿਹਾ। ਦੂਸਰੇ ਇਨਸਾਨ ਦਾ ਜੋ ਕ੍ਰੋਧ ਸੀ ਉਹ ਹਾਈ ਹੁੰਦਾ ਚਲਿਆ ਗਿਆ। ਕ੍ਰੋਧ ਦਿਲਵਾਨ ਵਾਲਾ ਤੇ ਕ੍ਰੋਧ ਕਰਨ ਵਾਲਾ ਦੋਨੇ ਬਰਾਬਰ ਦੇ ਹਿੱਸੇਦਾਰ ਆ। ਅਗਰ ਉੱਥੇ ਘਟਨਾ ਗਲਤ ਵਾਪਰਦੀ ਆ, ਕਤਲ ਕਰਨ ਵਾਲਾ ਵੀ ਤੇ ਕਤਲ ਹੋਣ ਵਾਲਾ ਵੀ ਦੋਨਾਂ ਦਾ ਹੀ ਕਸੂਰਵਾਰ ਆ। ਦੋਨੇ ਇੱਕ ਦੂਸਰੇ ਦੇ ਕਸੂਰਵਾਰ ਨੇ, ਦੋਨਾਂ ਦਾ ਹੀ ਕਸੂਰ ਆ।
ਅਸੀਂ ਕਤਲ ਕਰਨ ਵਾਲੇ ਨੂੰ ਕਸੂਰਵਾਰ ਨਹੀਂ ਕਹਿ ਸਕਦੇ। ਜਿਸ ਦਾ ਕਤਲ ਹੋਇਆ ਉਸ ਦਾ ਵੀ ਕਸੂਰ ਆ। ਜ਼ਿੰਦਗੀ ਦੇ ਵਿੱਚ ਜਦੋਂ ਸਾਡੇ ਕੋਲ ਚੋਇਸ ਹੁੰਦੀ ਆ ਹਾਂ ਕਰਨ ਦੀ ਤੇ ਨਾ ਕਰਨ ਦੀ, ਤਦ ਤੱਕ ਅਸੀਂ ਗੈਰ ਕੁਦਰਤੀ ਅਤੇ ਕੁਦਰਤੀ ਕਰਮ ਕਰ ਸਕਦੇ ਹਾਂ। ਪਰ ਜਦੋਂ ਸਾਡੇ ਕੋਲ ਚੋਇਸ ਨਹੀਂ ਹੈਗੀ, ਅਸੀਂ ਉਸ ਪੁਆਇੰਟ 'ਤੇ ਹਾਂ ਕਿ ਸਾਨੂੰ ਅੱਗੇ ਜਾਣਾ ਹੀ ਪਊਗਾ, ਚਾਹੇ ਉਹ ਰਾਹ ਨੈਗੇਟਿਵ ਆ, ਚਾਹੇ ਉਹ ਰਾਹ ਪੋਜ਼ਿਟਿਵ ਆ। ਉਹ ਗੈਰ ਕੁਦਰਤੀ ਨਹੀਂ, ਉਹ ਕੁਦਰਤੀ ਹੀ ਹੈ, ਕਿਉਂਕਿ ਅਸੀਂ ਜ਼ਿੰਦਗੀ ਦੇ ਉਸ ਪੁਆਇੰਟ ਦੇ ਉੱਤੇ ਆ ਕੇ ਖੜ੍ਹੇ ਹੋ ਗਏ ਜਿੱਥੇ ਸਾਨੂੰ ਪਿੱਛੇ ਮੁੜਨ ਦਾ ਸਾਡੇ ਕੋਲ ਕੋਈ ਰਾਹ ਹੀ ਨਹੀਂ ਹੈ, ਸਾਡੇ ਕੋਲ ਕੋਈ ਸਬੱਬ ਹੀ ਨਹੀਂ ਬਚਿਆ। ਜਦੋਂ ਜ਼ਿੰਦਗੀ ਸਾਡੇ ਕੋਲ ਕੋਈ ਮੌਕਾ ਬਚਣ ਨਹੀਂ ਦਿੰਦੀ, ਇਹਦਾ ਮਤਲਬ ਸਾਡੀ ਜ਼ਿੰਦਗੀ ਦੀ ਜਿਹੜੀ ਸਟੋਰੀ ਸੀ, ਸਾਡੀ ਜ਼ਿੰਦਗੀ ਦਾ ਜੋ ਐਂਡ ਸੀ, ਅਸੀਂ ਤਾਂ ਜੋ ਕਰਨਾ ਸੀ ਕਰ ਲਿਆ। ਹੁਣ ਆਖਰੀ ਐਕਸ਼ਨ ਹੁਣ ਜ਼ਿੰਦਗੀ ਕਰੂਗੀ, ਉਹ ਹੋ ਗਿਆ। ਉਹ ਚਾਹੇ ਸਾਤੋਂ ਕਰਵਾਵੇ, ਚਾਹੇ ਕਿਸੇ ਤੋਂ ਕਰਵਾਵੇ, ਚਾਹੇ ਅਸੀਂ ਉਹਨੂੰ ਕਹੀਏ ਇਹ ਘਟਨਾਵਾਂ ਹੁੰਦੀਆਂ ਨੇ, ਕੁਦਰਤੀ ਘਟਨਾਵਾਂ ਨੇ, ਹੜ੍ਹ ਆ ਗਏ, ਤੂਫਾਨ ਆ ਗਏ, ਜੋ ਕੁਝ ਮਰਜ਼ੀ ਗਈ ਹੈ। ਪਰ ਜੇ ਜ਼ਿੰਦਗੀ ਦਾ ਐਂਡ ਇਸ ਤਰ੍ਹਾਂ ਹੋਇਆ। ਦੂਜੀ ਗੱਲ, ਜ਼ਿੰਦਗੀ ਦੇ ਵਿੱਚ ਕਹਿੰਦੇ ਅਣਹੋਣੀ ਨੇ ਕਦੇ ਹੋਣਾ ਨਹੀਂ, ਹੋਣੀ ਸਦਾ ਹੋ ਕੇ ਰਹਿੰਦੀ ਹੈ। ਤੇ ਫਿਰ ਅਸੀਂ ਕਹਿੰਦੇ ਹਾਂ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਸਭ ਦੇ ਕਰਮ ਲਿਖੇ ਜੋ ਕਿ ਕਰਮ ਫਿਰ ਜਿੰਨਾ ਮਰਜ਼ੀ ਗੰਦੇ ਤੋਂ ਗੰਦਾ ਸਾਨੂੰ ਦਿਖਦਾ ਹੋਵੇ, ਫਿਰ ਉਹ ਪਰਮਾਤਮਾ ਤੋਂ ਤਾਂ ਬਾਹਰ ਹੀ ਨਹੀਂ ਨਾ, ਪਰਮਾਤਮਾ ਨੂੰ ਤਾਂ ਦਿਖਾਈ ਦਿੰਦਾ ਨਾ। ਉਹ ਕਰਮ ਸਾਨੂੰ ਗੰਦਾ ਦਿਖਾਈ ਦਿੰਦਾ ਕਿ ਅਸੀਂ ਇੰਨੇ ਹੀ ਹੋਸ਼ਮੰਦ ਆ ਕਿ ਉਹ ਪਰਮਾਤਮਾ ਨੂੰ ਦਿਖਾਈ ਨਹੀਂ ਦਿੰਦਾ ਹੋਊਗਾ। ਜੇ ਸਾਨੂੰ ਲੱਗਦਾ ਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਪੱਤਾ ਹਿੱਲ ਨਹੀਂ ਸਕਦਾ, ਜ਼ਰੇ ਦੇ ਜ਼ਰੇ ਦੇ ਵਿੱਚ ਪਰਮਾਤਮਾ ਵਾ, ਅਸੀਂ ਕਿਸ ਤਰ੍ਹਾਂ ਤੈਅ ਕਰ ਸਕਦੇ ਹਾਂ ਕਿ ਇਹ ਚੀਜ਼ ਗੈਰ ਕੁਦਰਤੀ ਆ ਤੇ ਇਹ ਚੀਜ਼ ਕੁਦਰਤੀ ਆ। ਜੇ ਅਸੀਂ ਗੈਰ ਕੁਦਰਤੀ ਲਫ਼ਜ਼ ਨੂੰ ਹੀ ਪਕੜੀਏ, ਜਿਹੜੀ ਅੱਜ ਅਸੀਂ ਤਮਾਮ ਦੁਨੀਆ ਜੀ ਰਹੀ ਹਾਂ, ਅਸੀਂ 90% ਗੈਰ ਕੁਦਰਤੀ ਤੌਰ 'ਤੇ ਜੀ ਰਹੇ ਹਾਂ। ਫਿਰ ਜਦੋਂ ਅਸੀਂ 90% ਗੈਰ ਕੁਦਰਤੀ ਜੀ ਰਹੇ ਹਾਂ, ਫਿਰ ਜ਼ਿੰਦਗੀ ਦੇ ਵਿੱਚ ਜੋ ਅੱਜ ਅਸੀਂ ਦੇਖਦੇ ਹਾਂ ਬਿਮਾਰੀਆਂ, ਟੈਨਸ਼ਨਾਂ, ਤਣਾਅ ਭਰੀ ਜ਼ਿੰਦਗੀ, ਇੱਕ ਦੂਜੇ ਨੂੰ ਜਿਹੜਾ ਸਾਡੇ ਸਿਰ ਦੇ ਵਿੱਚ ਬਾਬ ਰੌਲੇ ਦੀ ਤਰ੍ਹਾਂ ਪੈਸਾ ਘੁੰਮਦਾ ਵਾ, ਜਿਹੜਾ ਅਸੀਂ ਦੂਜੇ ਨੂੰ ਨੋਚ ਕੇ ਖਾਣ ਦੀ ਸਾਡੇ ਵਿੱਚ ਇੱਕ ਗਿਰਜ ਬੈਠੀ ਆ, ਖੂਨ ਨੂੰ ਦੇਖ ਕੇ, ਮਰੇ ਹੋਏ ਜਾਨਵਰ ਨੂੰ ਦੇਖ ਕੇ ਉਹ ਕਿਵੇਂ ਭੱਜਦੀ ਆ, ਜਿਹੜਾ ਅਸੀਂ ਕਮਜ਼ੋਰ ਨੂੰ ਦੇਖ ਕੇ ਭੱਜਦੇ ਹਾਂ ਉਸ ਗਿਰਜ ਦੀ ਤਰ੍ਹਾਂ, ਅਸੀਂ ਨੋਚ ਕੇ ਖਾਂਦੇ ਹਾਂ ਇੱਕ ਦੂਜੇ ਨੂੰ, ਅਸੀਂ ਇਹ ਕੁਦਰਤੀ ਕਰ ਰਹੇ ਹਾਂ। ਅਸੀਂ ਆਤਮ ਹੱਤਿਆ ਨੂੰ ਤਾਂ ਕਹਿ ਦਿੱਤਾ ਕਿ ਇਹ ਗੈਰ ਕੁਦਰਤੀ ਆ, ਉਹਨੂੰ 3 ਸਾਲਾਂ ਤੱਕ ਜ਼ਿੰਦਗੀ 'ਚ ਹੁਣ ਉਹ ਆ ਨਹੀਂ ਸਕੂਗਾ। ਜਿਹਨੇ ਆਤਮ ਹੱਤਿਆ ਕਰ ਲਈ, ਜਿਹਦੀ ਹੱਤਿਆ ਹੋ ਗਈ ਜਾਂ ਜਿਸ ਦਾ ਕਤਲ ਹੋ ਗਿਆ, ਉਹਦੀ ਜ਼ਿੰਦਗੀ ਨਰਕ ਬਣ ਗਈ। ਅਸੀਂ ਜੋ ਜੀ ਰਹੇ ਹਾਂ, ਜੋ ਇੱਕ ਦੂਜੇ ਨੂੰ, ਦੂਜੇ ਦੀ ਆਤਮਾ ਦਾ ਕਤਲ ਕਰ ਰਹੇ ਹਾਂ, ਜੋ ਇੱਕ ਦੂਜੇ ਤੋਂ ਜੀਣ ਦੀ, ਜ਼ਿੰਦਗੀ ਨੂੰ ਜੀਣ ਦੀ ਜੋ ਖੁਸ਼ੀ ਹੁੰਦੀ ਆ, ਅਸੀਂ ਉਹ ਖੋ ਰਹੇ ਹਾਂ। ਅਸੀਂ ਜੋ ਇਹ ਹੌਲੀ ਹੌਲੀ ਸਲੋ ਪੋਇਜ਼ਨ ਦੇ ਨਾਲ ਦੂਸਰੇ ਦਾ ਕਤਲ ਕਰ ਰਹੇ ਹਾਂ, ਅਸੀਂ ਸਲੋ ਪੋਇਜ਼ਨ ਮਿੱਠੇ ਬਣ ਬਣ ਕੇ ਦੂਸਰੇ ਨੂੰ ਮਾਰ ਰਹੇ ਹਾਂ। ਕੌਣ ਆ ਜੋ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਜ਼ਿੰਦਗੀ ਦੇ ਰਿਹਾ ਵਾ? ਅਸੀਂ ਸਾਰੇ ਲੁਟੇਰੇ ਨਹੀਂ ਗੇ? ਅਸੀਂ ਸਾਰੇ ਇੱਕ ਦੂਜੇ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਨਹੀਂ ਖੇਡਦੇ? ਅਸੀਂ ਸਾਰੇ ਇੱਕ ਦੂਜੇ ਦੀ ਜ਼ਿੰਦਗੀ ਨੂੰ ਖੋਹਦੇ ਨਹੀਂ ਗੇ? ਆਪਣੀ ਜ਼ਿੰਦਗੀ ਨੂੰ ਠੀਕ ਕਰਨ ਦੇ ਲਈ, ਆਪਣੇ ਕਾਰੋਬਾਰ ਦੀ ਜ਼ਿੰਦਗੀ ਨੂੰ ਠੀਕ ਕਰਨ ਦੇ ਲਈ ਅਸੀਂ ਦੂਸਰੇ ਦਾ ਹੱਕ ਕਿਵੇਂ ਖੋਹਦੇ ਹਾਂ? ਸਾਡੇ ਢਿੱਡ ਏਡੇ ਵੱਡੇ ਨੇ, ਸਾਡੇ ਢਿੱਡ ਹੀ ਨਹੀਂ ਭਰਦੇ, ਸਾਡੇ ਸਿਰ ਏਡੇ ਵੱਡੇ ਆ, ਸਾਡੇ ਸਿਰ ਦੇ ਵਿੱਚ ਵਿਉਂਤਾਂ ਨੇ ਜਿਹੜੀਆਂ, ਸਾਡੇ ਸਿਰਾਂ ਦੇ ਵਿੱਚ ਸਕੀਮਾਂ ਨੇ ਜਿਹੜੀਆਂ, ਚਾਹੇ ਹੁਣ ਰਾਜਨੇਤਾ ਤੇ ਚਾਹੇ ਹੁਣ ਅਭਿਨੇਤਾ, ਆਪਦੇ ਨਾਮ ਨੂੰ ਚਮਕਾਉਣ ਦੇ ਲਈ ਕਿੰਨੀਆਂ ਗਲਤ ਹਰਕਤਾਂ ਕਰਦੇ ਆ। ਇਹ ਅੱਜ ਦੀ ਜਨਰੇਸ਼ਨ ਵੀ, ਜੇ ਅੱਜ ਦੀ ਜਨਰੇਸ਼ਨ
ਅੱਜ ਵੀ ਇਸ ਗੱਲ ਨੂੰ ਨਹੀਂ ਸਮਝੂਗੀ, ਫਿਰ ਤਾਂ ਬਹੁਤ ਮਾੜੀ ਗੱਲ ਆ। ਸਾਨੂੰ ਦਿਖਾਈ ਨਹੀਂ ਦਿੰਦਾ ਕਿ ਇਹ ਕਿਸ ਤਰ੍ਹਾਂ ਦੂਸਰੇ ਨੂੰ ਨੋਚ ਕੇ ਖਾਣ ਲੱਗਿਆ। ਸਾਨੂੰ ਦਿਖਾਈ ਨਹੀਂ ਦਿੰਦਾ ਕਿ ਇਹ ਪਰਮਾਤਮਾ ਨੂੰ ਨਹੀਂ, ਪੈਸੇ ਨੂੰ ਪਰਮਾਤਮਾ ਮੰਨਦੇ ਆ। ਇਹ ਤਾਂ ਜੇ ਪਰਮਾਤਮਾ ਆ ਜਾਣੇ ਗੱਲਾਂ ਕਰਦੇ ਨੇ ਜੀਸਸ, ਨਾਨਕ, ਮੁਹੰਮਦ ਦੀਆਂ, ਪਰ ਉਹੀ ਇੱਥੇ ਆ ਜਾਣ, ਮੈਂ ਤਾਂ ਸੋਚ ਹੀ ਨਹੀਂ ਸਕਦੀ ਹੈਗੀ ਵੀ ਇਹ ਉਹਨਾਂ ਨੂੰ ਪਹਿਲ ਦੇਣਗੇ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਪਤਾ ਹੀ ਨਹੀਂ ਹਜ਼ਰਤ ਮੁਹੰਮਦ ਕਹਿ ਜਿਹਾ ਸੀ, ਜਦ ਸਾਨੂੰ ਪਤਾ ਹੀ ਨਹੀਂ ਪਰਮਾਤਮਾ ਦਾ ਰੰਗ ਰੂਪ ਆਕਾਰ ਕੀ ਆ, ਜਦ ਸਾਨੂੰ ਪਤਾ ਹੀ ਨਹੀਂ ਗਾ ਰੱਬ ਦਾ ਰੂਪ ਰੰਗ ਆਕਾਰ ਕੀ ਆ, ਜਦ ਸਾਡੀ ਅਕਲ ਹੀ ਪੈਸੇ ਦੇ ਵਿੱਚ ਆ, ਸਾਡੀ ਅਕਲ ਹੀ ਸੈਕਸ ਦੇ ਵਿੱਚ ਆ, ਸਾਡੀ ਅਕਲ ਹੀ ਦੂਜੇ ਨੂੰ ਖਤਮ ਕਰਨ ਦੇ ਵਿੱਚ ਆ, ਅਸੀਂ ਸੋਚ ਸਕਦੇ ਹਾਂ ਕਿ ਸਾਨੂੰ ਬਾਬੇ ਨਾਨਕ ਦਾ, ਕ੍ਰਿਸ਼ਨ ਦਾ, ਮੁਹੰਮਦ ਦਾ ਪਿਆਰ ਆਉਂਦਾ ਹੋਊਗਾ, ਜੀਸਸ ਦਾ ਪਿਆਰ ਆਉਂਦਾ ਹੋਊਗਾ? ਹੋ ਹੀ ਨਹੀਂ ਸਕਦਾ। ਸਾਨੂੰ ਸਾਡੇ ਦਿਖਦੇ ਭੈਣ ਭਰਾਵਾਂ ਦੇ ਪਿਆਰ ਨਹੀਂ ਆਉਂਦੇ, ਅਸੀਂ ਉਹਨਾਂ ਨੂੰ ਨੋਚ ਕੇ ਖਾਣੇ ਮੰਗਦੇ ਹਾਂ, ਉਹਨਾਂ ਦੀਆਂ ਮੌਤਾਂ ਨੂੰ ਅਸੀਂ ਕੈਸ਼ ਕਰਦੇ ਚਲੇ ਜਾਂਦੇ ਹਾਂ। ਸਾਡੇ ਵਰਗਾ ਜਾਨਵਰ ਕੌਣ ਹੋ ਸਕਦਾ? ਅਸੀਂ ਤਾਂ ਅੱਖਾਂ ਮੀਚ ਕੇ ਨਿਕਲ ਜਾਂਗੇ ਜੇ ਸਾਨੂੰ ਪਤਾ ਵੀ ਲੱਗ ਜੂਗਾ, ਕੌਨਸ਼ੀਅਸ ਨੂੰ ਸਾਨੂੰ ਪਤਾ ਲੱਗ ਜੂਗਾ ਕਿ ਮੂਹਰੇ ਬਾਬਾ ਨਾਨਕ ਬੈਠਾ, ਅਸੀਂ ਅੱਖਾਂ ਮੀਚ ਕੇ ਨਿਕਲ ਜਾਂਗੇ। ਅਸੀਂ ਕਹਿ ਦਾਂਗੇ ਕੋਈ ਨਾ, ਅਸੀਂ ਗੁਰਪੁਰਬ ਨੂੰ ਜਾ ਕੇ ਮੱਥਾ ਟੇਕ ਆਵਾਂਗੇ, ਬਾਬਾ ਤੂੰ ਇੱਥੇ ਬੈਠ, ਅਸੀਂ ਦੁਨੀਆਦਾਰੀ ਕਰਨੀ ਆ। ਇਹ ਜਿਹੜੀਆਂ ਗੱਲਾਂ ਨੇ ਗੈਰ ਕੁਦਰਤੀ, ਅਸੀਂ ਇੱਕ ਗੈਰ ਕੁਦਰਤੀ ਮੌਤ ਨੂੰ ਨਹੀਂ ਕਹਿ ਸਕਦੇ ਕਿ ਇਹ ਮੌਤ ਗੈਰ ਕੁਦਰਤੀ ਆ, ਸਾਡਾ ਜੀਣਾ ਵੀ ਗੈਰ ਕੁਦਰਤੀ ਆ। ਜਦ ਅਸੀਂ ਗੈਰ ਕੁਦਰਤੀ ਜੀ ਰਹੇ ਹਾਂ ਤੇ ਸਾਨੂੰ ਅਗਲੇ ਜਨਮ ਕਦੋਂ ਮਿਲਣਗੇ? ਮੌਤ ਜਿਸ ਨੇ ਗੈਰ ਕੁਦਰਤੀ ਕਰ ਲਈ ਉਹਨੂੰ ਤਾਂ ਅਸੀਂ 3 ਸਾਲਾਂ ਬਾਅਦ ਕਹਿ ਦਿੱਤਾ ਜਨਮ ਮਿਲੂਗਾ। ਜਿਹੜੇ ਅਸੀਂ ਗੈਰ ਕੁਦਰਤੀ ਹੋ ਕੇ ਜੀ ਰਹੇ ਹਾਂ, ਜਿਹੜੇ ਅਸੀਂ ਗੈਰ ਕੁਦਰਤੀ ਹੋ ਕੇ ਕੰਮ ਧੰਦੇ ਕਰ ਰਹੇ ਹਾਂ, ਜਿਹੜੇ ਅਸੀਂ ਗੈਰ ਕੁਦਰਤੀ ਹੋ ਕੇ ਦੂਜੇ ਦੇ ਜੀਣੇ ਨੂੰ ਮੌਤ ਬਣਾ ਰਹੇ ਹਾਂ, ਸਾਡੇ ਵਰਗਾ ਪਾਪੀ ਕੌਣ ਆ ਤੇ ਸਾਨੂੰ ਅਗਲੇ ਜਨਮ ਕਦੋਂ ਮਿਲਣਗੇ? ਕਦੇ ਇਸ ਦੇ ਬਾਰੇ ਵੀ ਆਪਾਂ ਸੋਚ ਲੈਂਦੇ ਹਾਂ, ਇਸ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਅਸੀਂ ਕਿਉਂ ਦੁਨੀਆ ਨੂੰ ਪਾਗਲ ਬਣਾਉਣ ਲੱਗੇ ਹੋਏ ਹਾਂ? ਥੋੜ੍ਹੇ ਚਿਰ ਦਾ ਸਾਡੇ ਕੋਲ ਵਕਤ ਆ, ਅਸੀਂ ਹੱਸ ਖੇਡ ਕਿਉਂ ਨਹੀਂ ਸਕਦੇ? ਸਾਡੇ ਢਿੱਡ ਨੇ ਜਿਹੜੇ ਏਡੇ ਏਡੇ ਵੱਡੇ ਕਿਉਂ ਹੋਏ ਹੋਏ ਨੇ? ਸਾਡੇ ਢਿੱਡ ਆਫਰੇ ਕਿਉਂ ਹੋਏ ਨੇ? ਸਾਨੂੰ ਆਰਾਮ ਕਿਉਂ ਨਹੀਂ ਆਉਂਦਾ? ਅਸੀਂ ਕਿਉਂ ਨਹੀਂ ਜਰ ਸਕਦੇ ਕਿ ਕੋਈ ਦੂਸਰਾ ਵੀ ਖਾ ਲਊਗਾ? ਅਸੀਂ ਕਿਉਂ ਕਿਸੇ ਦੀ ਲੋਥ ਨੂੰ ਵੀ ਆਪਣੀ ਖੁਰਾਕ ਬਣਾਉਣ ਲੱਗੇ ਹੋਏ ਹਾਂ? ਕਿਉਂ? ਕਿਉਂਕਿ ਅਸੀਂ ਧਰਮੀ ਬੰਦੇ ਹਾਂ, ਸਾਡਾ ਧਰਮ ਆ ਵਿੱਚ। ਅਸੀਂ ਕ੍ਰਿਸ਼ਨਾ ਦਾ, ਅਸੀਂ ਰਵੀਆਂ ਰਿਸ਼ੀਆਂ ਮੁਨੀਆਂ ਦੇ ਨਾਮ ਲੈ ਕੇ, ਫਿਰ ਪੁਰਾਣੀਆਂ ਅਸੀਂ ਰੀਤੀਆਂ ਰਿਵਾਜ਼ਾਂ ਨੂੰ ਕੱਢ ਕੇ, ਫਿਰ ਅਸੀਂ ਮੌਤ ਦਾ ਕਿਵੇਂ ਸੌਦਾ ਕਰਦੇ ਹਾਂ, ਫਿਰ ਕਿੰਨਾ ਕੁਝ ਅਸੀਂ ਕਰਦੇ ਹਾਂ। ਪੂਜਾ ਪਾਠਾਂ ਦੇ ਉੱਤੇ ਖਰਚ ਕਰਵਾਉਂਦੇ ਹਾਂ, ਕਿੰਨਾ ਕੁਝ ਕਰਦੇ ਹਾਂ। ਕਦੇ ਅਸੀਂ ਆਪਣੇ ਕਰਮਾਂ ਦੇ ਵੱਲ ਦੇਖਿਆ ਕਿ ਅਸੀਂ ਕਿੰਨੇ ਗੈਰ ਕੁਦਰਤੀ ਕਰਮ ਕਰਦੇ ਹਾਂ? ਸਾਡੇ ਕੋਲੇ ਕੋਈ ਮਜਬੂਰ ਇਨਸਾਨ ਆ ਜਾਵੇ, ਸਾਨੂੰ ਥੋੜ੍ਹੀ ਜਿਹੀ ਵੀ ਭਿਣਕ ਮਿਲ ਜਾਵੇ ਕਿ ਸਾਨੂੰ ਇਸ ਦੀ ਹੈਲਪ ਕਰਨੀ ਪਊਗੀ, ਇਹ ਸਾਤੋਂ ਮਦਦ ਲੈਣ ਆਇਆ, ਇਹ ਮਦਦਗਾਰ ਆ, ਅਸੀਂ ਜਦੇ ਹੀ ਆਪਣੇ ਆਪ 'ਚ ਦੇਖਾਂਗੇ ਕਿ ਇਸ ਤੋਂ ਬਚਾਅ ਕਿਵੇਂ ਕਰੀਏ। ਅਸੀਂ ਜਦ ਹੀ ਦੇਖਾਂਗੇ ਉਹ ਸਾਡਾ ਤਾਂ ਆਪਦਾ ਨਹੀਂ ਸਰਦਾ, ਸਾਡਾ ਤਾਂ ਘਰ-ਬਾਰ ਬੜਾ ਵੱਡਾ ਵਾ, ਸਾਡੇ ਤਾਂ ਆਪਦੇ ਹੀ ਬੱਚਿਆਂ ਦੀਆਂ ਨਹੀਂ ਚੀਜ਼ਾਂ ਖਤਮ ਹੁੰਦੀਆਂ ਹੈਗੀਆਂ, ਅਸੀਂ ਦੂਸਰੇ ਨੂੰ ਕਿੱਥੇ ਸੰਭਾਲ ਲਾਂਗੇ? ਅਸੀਂ ਬੜੇ ਬਹਾਨੇ ਲੱਭਾਂਗੇ, ਜਿਨ੍ਹਾਂ ਨੇ ਕਰਨਾ ਹੁੰਦਾ ਵਾ ਉਹ ਬਹਾਨੇ ਨਹੀਂ ਲੱਭਦੇ ਹੁੰਦੇ, ਉਹ ਕਰਦੇ ਹੁੰਦੇ ਆ। ਜਦੋਂ ਜਿਹੇ ਇਨਸਾਨ ਜਿਨ੍ਹਾਂ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਆ, ਜਿਨ੍ਹਾਂ ਦੀ ਅਸੀਂ ਹੈਲਪ ਨਹੀਂ ਕੀਤੀ ਹੁੰਦੀ, ਜਦੋਂ ਉਹ ਸਾਨੂੰ ਪਤਾ ਲੱਗਦਾ ਕਿਸੇ ਵਕਤ ਕਿ ਉਸ ਇਨਸਾਨ ਨੇ ਆਤਮ ਹੱਤਿਆ ਕਰ ਲਈ, ਤਾਂ ਅਸੀਂ ਧਰਮ ਦੇ, ਸਮਾਜ ਦੇ ਠੇਕੇਦਾਰ ਬਣ ਜਾਂਦੇ ਹਾਂ। ਫਿਰ ਅਸੀਂ ਆਪਣੇ ਧਰਮਾਂ ਦੀਆਂ ਚੀਜ਼ਾਂ ਨੂੰ ਕੱਢ ਕੇ ਲੈ ਕੇ ਆਉਂਦੇ ਹਾਂ, ਫਿਰ ਸਮਾਜ ਇਹੋ ਜਿਹਾ ਹੋਣਾ ਚਾਹੀਦਾ, ਸਮਾਜ ਇਹੋ ਜਿਹਾ ਹੋਣਾ ਚਾਹੀਦਾ, ਅਸੀਂ ਉਹਨਾਂ ਸਮਾਜਿਕ ਚੀਜ਼ਾਂ ਨੂੰ ਲੱਭ ਕੇ ਲੈ ਕੇ ਆਉਂਦੇ ਹਾਂ। ਮੈਨੂੰ ਤਾਂ ਪਤਾ ਨਹੀਂ ਗਾ, ਮੈਨੂੰ ਮੇਰੀ ਜ਼ਿੰਦਗੀ ਨੇ ਕੀ ਸਿਖਾਇਆ, ਮੈਨੂੰ ਮੇਰੀ ਜ਼ਿੰਦਗੀ ਨੇ ਕੀ ਸਮਝਾਇਆ, ਉਸ ਦੇ ਮੁਤਾਬਕ ਮੈਂ ਤਾਂ ਗੱਲ ਕਰਦੀ ਹਾਂ। ਜਦ ਵੀ ਕਿਤੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਆਤਮ ਹੱਤਿਆ ਕਰਦਾ, ਅਸੀਂ ਉਸ ਨੂੰ ਜਾਣਦੇ ਹਾਂ ਜਾਂ ਅਸੀਂ ਉਸ ਨੂੰ ਨਹੀਂ ਜਾਣਦੇ, ਸਾਡਾ ਹਰ ਇਨਸਾਨ ਦਾ ਉਸਦਾ ਕਸੂਰਵਾਰ ਆ।
ਜਦੋਂ ਕੋਈ ਵੀ ਸਾਡੇ ਸਮਾਜ ਦੇ ਵਿੱਚ ਚੋਰ ਪੈਦਾ ਹੁੰਦਾ ਵਾ, ਚਾਹੇ ਉਹ ਸਾਡਾ ਆਪਣਾ ਵਾ, ਚਾਹੇ ਉਹ ਬੇਗਾਨਾ ਵਾ, ਚਾਹੇ ਉਹ ਇੰਡੀਆ ਦਾ ਵਾ, ਚਾਹੇ ਉਹ ਅਮਰੀਕਾ ਦਾ ਵਾ, ਚਾਹੇ ਉਹ ਚਾਈਨਾ ਦਾ ਵਾ, ਚਾਹੇ ਉਹ ਇਟਲੀ ਦਾ ਵਾ, ਜਿੱਥੇ ਵੀ ਚੋਰ ਠੱਗ ਪੈਦਾ ਹੋ ਗਿਆ ਉਹ ਸਾਡਾ ਸਭਨਾਂ ਦਾ ਕਸੂਰ ਆ। ਉਸ ਦੀ ਫੈਮਿਲੀ ਦਾ ਕਸੂਰ ਨਹੀਂ, ਉਸ ਇਨਸਾਨ ਦਾ ਕਸੂਰ ਨਹੀਂ। ਅਸੀਂ ਸਭ ਹੀ ਉਸ ਚੀਜ਼ ਦੇ ਵਿੱਚ ਹਿੱਸੇਦਾਰ ਹਾਂ। ਜਦ ਕਿਤੇ ਵੀ ਕੋਈ ਰਿਸ਼ੀ ਮੁਨੀ ਪੈਦਾ ਹੋ ਗਿਆ, ਉਹ ਵੀ ਉਸ ਸੋਹਣੀ ਚੀਜ਼ ਨੂੰ ਵੀ ਪੈਦਾ ਕਰਨ ਦੇ ਅਸੀਂ ਸਾਰੇ ਹੀ ਹੱਕਦਾਰ ਹਾਂ। ਮੈਨੂੰ ਤਾਂ ਇੰਨਾ ਪਤਾ, ਪਰਮਾਤਮਾ ਇੱਕ ਆ, ਸੰਸਾਰ ਇੱਕ ਆ, ਅਸੀਂ ਸਭ ਇੱਕ ਹਾਂ। ਜੇ ਅਸੀਂ ਮੰਨਾਂਗੇ ਇਸ ਗੱਲ ਨੂੰ ਤਾਂ ਅਸੀਂ ਕੁਦਰਤੀ ਹਾਂ, ਜੇ ਅਸੀਂ ਨਹੀਂ ਮੰਨਾਂਗੇ ਤਾਂ ਅਸੀਂ ਹੀ ਗੈਰ ਕੁਦਰਤੀ ਹਾਂ। ਜੇ ਅਸੀਂ ਕਹਾਂਗੇ ਤੂੰ ਹਿੰਦੂ ਆ, ਤੂੰ ਸਿੱਖ ਆ, ਤੂੰ ਮੁਸਲਮਾਨ ਆ, ਤੂੰ ਜੇ ਆ, ਤੂੰ ਉਹ ਆ, ਅਸੀਂ ਸਾਰੇ ਗੈਰ ਕੁਦਰਤੀ ਹਾਂ। ਗੈਰ ਕੁਦਰਤੀ ਹੀ ਜ਼ਿੰਦਗੀ ਜੀਣ ਵਾਲੇ ਕਦੋਂ ਕਰਨਗੇ ਕੁਦਰਤ ਦੀ ਰਹਿਣੀ ਬਹਿਣੀ ਦੀ ਗੱਲ? ਜਦ ਅਸੀਂ ਗੈਰ ਕੁਦਰਤੀ ਹੀ ਹਾਂ, ਸਾਡੀ ਸੋਚ ਹੀ ਗੈਰ ਕੁਦਰਤੀ ਆ, ਸਾਡੇ ਕਰਮ ਵੀ ਤਾਂ ਗੈਰ ਕੁਦਰਤੀ ਹੋਣਗੇ ਨਾ, ਸਾਡੀ ਰਹਿਣੀ ਬਹਿਣੀ ਵੀ ਗੈਰ ਕੁਦਰਤੀ ਹੋਊਗੀ, ਤਾਂ ਸਾਡੇ ਕਰਮ ਵੀ, ਜੋ ਸਾਡਾ ਐਂਡ ਹੋਊਗਾ ਜ਼ਿੰਦਗੀ ਦਾ, ਉਹ ਵੀ ਗੈਰ ਕੁਦਰਤੀ ਹੋਊਗਾ। ਅਤੇ ਫਿਰ ਅਸੀਂ ਸੁੱਖ ਦੀ, ਖੁਸ਼ੀ ਦੀ ਤਲਾਸ਼ ਕਿੰਝ ਕਰਾਂਗੇ? ਹੁਣ ਮੈਂ ਇੱਥੇ 1 ਸੈਕਿੰਡ ਦੇ ਲਈ ਮੇਰੇ ਵਿੱਚ ਇੱਕ ਆਈ ਗੱਲ, ਮੈਂ ਆਪਣੇ ਆਪ ਨੂੰ ਕਿਹਾ ਵੀ ਇਹਦਾ ਮਤਲਬ ਆ ਕੁਦਰਤੀ ਮੌਤ ਤਾਂ ਸਿਰਫ ਪੀਰਾਂ ਫਕੀਰਾਂ ਦੀ ਹੁੰਦੀ ਹੋਊਗੀ। ਹਜੇ ਮੈਂ ਇਹ ਆਪਣੇ ਮਾਇੰਡ ਦੇ ਵਿੱਚ ਸੋਚੀ ਹੀ ਸੀ ਗੱਲ, ਉਸੇ ਵਕਤ ਮੈਨੂੰ ਜੀਸਸ ਚੇਤੇ ਆ ਗਿਆ, ਗੁਰੂ ਅਰਜਨ ਦੇਵ ਚੇਤੇ ਆ ਗਿਆ। ਇੱਕ ਨੂੰ ਮਾਰਿਆ ਗਿਆ, ਦੋਨਾਂ ਨੂੰ ਮਾਰਿਆ ਗਿਆ। ਕਿੰਨੀਆਂ ਗੈਰ ਕੁਦਰਤੀ ਮੌਤਾਂ ਹੋਈਆਂ ਨੇ। ਰਮਨ ਰਿਸ਼ੀਆਂ ਮੁਨੀਆਂ ਦੀਆਂ ਤੁਸੀਂ ਦੇਖ ਲਓ, ਕਿੰਨੀਆਂ ਗੈਰ ਕੁਦਰਤੀ ਹੋਈਆਂ ਨੇ। ਕ੍ਰਿਸ਼ਨ ਦੇ ਵੀ ਤਾਂ ਕਿਸੇ ਨੇ ਤੀਰ ਹੀ ਮਾਰਿਆ ਸੀ। ਤੁਸੀਂ ਕਹਿੰਦੇ ਹੋ ਆਤਮ ਹੱਤਿਆ ਵੀ ਜਦੋਂ ਹੁੰਦੀ ਆ ਉਹ ਵੀ ਗੈਰ ਕੁਦਰਤੀ ਹੈ, ਜਦੋਂ ਕੋਈ ਕਿਸੇ ਦਾ ਕਤਲ ਕਰਦਾ ਉਹ ਵੀ ਗੈਰ ਕੁਦਰਤੀ ਹੈ। ਇਹਨਾਂ ਨੂੰ 3-3 ਸਾਲ ਫਿਰ ਜ਼ਿੰਦਗੀ ਮਿਲਦੀ ਨਹੀਂ ਗੀ। ਫਿਰ ਮੈਨੂੰ ਵੀ ਅੱਜ ਸੋਚਣਾ ਪਊਗਾ ਜੀਸਸ ਕਿੱਥੇ ਹੋਣਗੇ 3 ਸਾਲ, ਕਿਉਂਕਿ ਉਸ ਦਾ ਵੀ ਤਾਂ ਫਿਰ ਆਪਾਂ ਇਹੀ ਸੋਚਾਂਗੇ ਨਾ, ਕਤਲ ਹੋਇਆ ਸੀ। ਫਿਰ ਕ੍ਰਿਸ਼ਨ ਦੇ ਵੀ ਤਾਂ ਉਹ ਮਾਰਿਆ ਸੀ ਨਾ ਤੀਰ। ਗੁਰੂ ਅਰਜਨ ਦੇਵ ਨੂੰ ਵੀ ਤਵੀ 'ਤੇ ਬਿਠਾਇਆ ਸੀ। ਫਿਰ ਇਸ ਦਾ ਮਤਲਬ ਆ ਕਿ ਜੋ ਬਾਬਾ ਨਾਨਕ ਆ, ਸਿਰਫ ਉਸ ਦੀ ਹੀ ਮੌਤ, ਸਾਡੇ ਮੁਤਾਬਕ ਉਸ ਦੀ ਹੀ ਮੌਤ ਇੱਕ ਨੈਚੁਰਲੀ ਹੋਈ ਸੀ। ਬਾਕੀ ਜਿੰਨੇ ਵੀ ਪੀਰ ਫਕੀਰ ਨੇ, ਇਹਦਾ ਮਤਲਬ ਉਹਨਾਂ ਦੀ ਵੀ ਮੌਤ ਗੈਰ ਕੁਦਰਤੀ ਹੋਈ ਆ। ਲੈ ਵੀ ਇਹ ਤਾਂ ਬਹੁਤ ਵੱਡਾ ਫਿਰ ਦੋਸਤੋ, ਬਹੁਤ ਵੱਡੀ ਗੜਬੜ ਆ ਜ਼ਿੰਦਗੀ ਦੀ। ਫਿਰ ਇਸ ਚੀਜ਼ ਨੂੰ ਆਪਾਂ ਕਿਵੇਂ ਨਜਿੱਠਾਂਗੇ? ਆਪਾਂ ਇਸ ਚੀਜ਼ ਨੂੰ ਕਿਵੇਂ ਦੇਖਾਂਗੇ? ਕੀ ਕਰਾਂਗੇ? ਸੱਚ, ਤੁਹਾਨੂੰ ਸੱਚ ਦੱਸਾਂ, ਜ਼ਿੰਦਗੀ ਦਾ ਜੋ ਸੱਚ ਆ ਉਹ ਇੰਨਾ ਕੌੜਾ ਵਾ, ਉਸ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਿਲ ਆ। ਕੋਈ ਹਿੰਮਤ ਵਾਲਾ ਹੋਊਗਾ, ਕੋਈ ਤਕੜਾ ਹੋਊਗਾ, ਕੋਈ ਸੂਰਬੀਰ ਹੋਊਗਾ, ਕੋਈ ਮਹਾਬਲੀ ਹੋਊਗਾ, ਜਿਹੜੇ ਇਸ ਜ਼ਿੰਦਗੀ ਦੇ ਸੱਚ ਨੂੰ ਹਜ਼ਮ ਕਰ ਲਊਗਾ। ਅੱਜ ਜੇ ਪਰਮਾਤਮਾ ਦੀ ਨਜ਼ਰ ਮੇਰੇ ਵਰਗੀ ਦੇ ਉੱਤੇ ਪਈ ਆ, ਜੇ ਮੈਨੂੰ ਪਰਮਾਤਮਾ ਨੇ ਅਹਿਸਾਸ ਦਿੱਤਾ ਇਸ ਕੜਵੇਪਣ ਦਾ, ਸ਼ੁਕਰ ਆ ਉਸ ਪਰਮਾਤਮਾ ਦਾ। ਪਰ ਜ਼ਿੰਦਗੀ ਦਾ ਸੱਚ ਆ ਜੋ ਬਹੁਤ ਕੜਵਾ ਵਾ, ਉਸ ਨੂੰ ਪੀਣ ਦੇ ਲਈ ਅਤੇ ਉਸ ਨੂੰ ਜੀਣ ਦੇ ਲਈ ਫਿਰ ਬਹੁਤ ਹਿੰਮਤ ਦੀ ਜ਼ਰੂਰਤ ਆ। ਲੋਕਾਂ ਦੇ ਝੂਠੇ ਟਕਸੋਲਿਆਂ ਦੇ ਵਿੱਚ ਨਾ ਆਵੋ। ਅਸੀਂ ਸਭ ਹੀ ਗੈਰ ਕੁਦਰਤੀ ਜ਼ਿੰਦਗੀ ਨੂੰ ਜੀ ਰਹੇ ਹਾਂ। ਜ਼ਿੰਦਗੀ ਦੇ ਵਿੱਚ ਕੁਦਰਤੀ ਕੀ ਚੀਜ਼ ਆ ਉਹੀ ਜਾਣਦਾ, ਚਾਹੇ ਉਸ ਦੀ ਮੌਤ ਗੈਰ ਕੁਦਰਤੀ ਤਰੀਕੇ ਨਾਲ ਹੀ ਹੋਈ ਹੋਵੇ, ਪਰ ਉਸ ਗੈਰ ਕੁਦਰਤੀ ਤਰੀਕੇ ਨੂੰ ਕੁਦਰਤੀ ਬਣਾਉਣ ਦਾ ਵਸੀਲਾ ਉਸ ਇਨਸਾਨ ਦੇ ਕੋਲ ਹੀ ਹੋਊਗਾ ਜੋ ਜਾਣਦਾ ਵਾ ਕਿ ਜ਼ਿੰਦਗੀ ਦਾ ਸੱਚ। ਸੋ
ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਰਸਦੇ ਰਹੋ ਅਤੇ ਆਪਣੀ ਸੋਚ ਨੂੰ ਸੁੰਦਰਤਾ ਦੇ ਨਾਲ ਸਦਾ ਹੀ ਨਿਵਾਜਦੇ ਰਹੋ।